ਸਰਕਾਰ ਬੇਈਮਾਨ ਹੋ ਚੁੱਕੀ ਹੈ। ਅਸੀਂ ਇਹ ਸਮਝਦੇ ਹਾਂ ਜਿਹਦੇ ਘਰ ਦੇ ਆਪਣਾ ਕਲੇਸ਼ ਹੋਵੇ ਤਾਂ ਦੂਜੇ ਲੋਕਾਂ ਨੂੰ ਕੋਈ ਆਸ ਨਹੀਂ ਰਹਿ ਜਾਂਦੀ ਜਦੋਂ ਘਰ ਦੇ ਵਿੱਚ ਕਲੇਸ਼ ਪਿਆ ਹੋਵੇ। ਸਰਕਾਰ ਲੋਕਾਂ ਦਾ ਧਿਆਨ ਦੂਜੇ ਪਾਸੇ ਲਾ ਰਹੀ ਹੈ। ਇਸ ਸੰਘਰਸ਼ ਨੂੰ ਅਸੀਂ ਤੇਜ਼ ਕਰਾਂਗੇ, ਥਾਂ ਥਾਂ ਇਸ ਸਰਕਾਰ ਦੀਆਂ ਆਰਥੀਆਂ ਫੂਕਾਂਗੇ। ਸਾਨੂੰ ਸੰਘਰਸ਼ ਵਾਸਤੇ ਇਸ ਉਮਰ ਦੇ ਵਿੱਚ ਮਜਬੂਰ ਕਰਨਾ ਪੈਂਦਾ, ਅਸੀਂ ਕਰਾਂਗੇ। ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਪਿਛਲੇ 4.25 ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ, ਪਰ ਉਹਨਾਂ ਦੀਆਂ ਮੰਗਾਂ ਨੇੜੇ ਆਉਣ ਦੀ ਥਾਂ ਨਿਰੰਤਰ ਦੂਰ ਜਾ ਰਹੀਆਂ ਨੇ। ਤਨਖਾਹ ਕਮਿਸ਼ਨ, ਡੀਏ, ਪੁਰਾਣੀ ਪੈਨਸ਼ਨ ਬਹਾਲ ਕਰਨੀ, ਕੱਚੇ ਮੁਲਾਜ਼ਮ ਪੱਕੇ ਕਰਨੇ, ਪੂਰੀਆਂ ਤਨਖਾਹਾਂ ਵਿੱਚ ਭਰਤੀ ਕਰਨੀ, ਤਕਰੀਬਨ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਸਰਕਾਰ ਨੇ ਠੰਡੇ ਬਸਤੇ 'ਚ ਬੰਦੀਆਂ ਨੇ। ਤੇ ਅੱਜ ਫਿਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਜਿਹੜਾ ਸਾਂਝਾ ਫਰੰਟ ਹੈ ਉਹਨੇ ਚੰਡੀਗੜ੍ਹ ਵਿੱਚ ਹੰਗਾਮੀ ਮੀਟਿੰਗ ਕੀਤੀ ਹੈ। ਹੁਣ ਮੀਟਿੰਗ 'ਚ ਉਹਨਾਂ ਨੂੰ ਪੁੱਛਦੇ ਆ ਵੀ ਹੁਣ ਤੁਹਾਡੇ ਕੋਲ ਕੋਈ ਦਾਅ ਪੇਚ ਰਹਿ ਗਿਆ, ਕਿਉਂਕਿ ਕੈਪਟਨ ਸਰਕਾਰ ਦੇ ਮਹੀਨੇ ਤੇ ਰਹਿ ਗਏ ਨੇ 7-8। ਸਤੀਸ਼ ਰਾਣਾ ਜੀ ਅੱਜ ਫਿਰ ਮੀਟਿੰਗ ਕੀਤੀ ਹੈ ਤੇ ਕੀ ਜੁਗਤਾਂ ਘੜੀਆਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਂਝੇ ਫਰੰਟ ਨੇ ਇਸ ਗੱਲ ਨੂੰ ਵਿਚਾਰਿਆ, ਬੜੇ ਗੰਭੀਰਤਾ ਨਾਲ ਵਿਚਾਰਿਆ ਹੈ। ਜਿੱਥੇ ਬਹੁਤ ਸਾਰੀਆਂ ਸਟੇਟਾਂ ਜਿਹੜੀਆਂ ਹੈ, 4 ਸਟੇਟਾਂ ਹਿੰਦੁਸਤਾਨ ਦੇ ਅੰਦਰ, ਕੇਰਲਾ, ਕਰਨਾਟਕਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਜਿਹੜੀਆਂ ਹੈ 5 ਸਾਲ ਬਾਅਦ ਪੇ ਰਿਵੀਜ਼ਨ ਕਰਦੀਆਂ ਹੈ। ਪਰ ਇੱਥੇ ਪੰਜਾਬ ਦੇ ਅੰਦਰ ਅੱਜ 15 ਸਾਲ ਹੋ ਗਏ ਹੈ ਪੇ ਰਿਵੀਜ਼ਨ ਹੋਏ ਨੂੰ, ਕਿਉਂਕਿ ਇਹ 2006 ਦੇ ਵਿੱਚ ਹੋਇਆ ਸੀਗਾ। ਸਾਡਾ 16 'ਚ ਡਿਊ ਬਣਦਾ ਸੀਗਾ, ਜੇ 21 ਚੱਲ ਰਿਹਾ ਹੈ। ਸਰਕਾਰ ਕਰਨ ਦਾ ਨਾਂ ਨਹੀਂ ਲੈ ਰਹੀ ਹੈ। ਇਹਦੇ ਲਈ ਸਰਕਾਰ ਤੇ ਜ਼ਿੰਮੇਵਾਰ ਹੈ, ਤੁਸੀਂ ਵੀ ਜ਼ਿੰਮੇਵਾਰ ਨਹੀਂ? ਤੁਹਾਡੇ 'ਚ ਉਹ ਤੰਤ ਨਹੀਂ ਰਿਹਾ ਆਪਣੀਆਂ ਮੰਗਾਂ ਬਣਵਾਉਣ ਦਾ? ਸਰਕਾਰ ਬੇਈਮਾਨ ਹੋ ਚੁੱਕੀ ਹੈ। ਅਸੀਂ ਇਹ ਸਮਝਦੇ ਹਾਂ ਜਿਹਦੇ ਘਰ ਦੇ ਆਪਣਾ ਕਲੇਸ਼ ਹੋਵੇ ਤਾਂ ਦੂਜੇ ਲੋਕਾਂ ਨੂੰ ਕੋਈ ਆਸ ਨਹੀਂ ਰਹਿ ਜਾਂਦੀ ਜਦੋਂ ਘਰ ਦੇ ਵਿੱਚ ਕਲੇਸ਼ ਪਿਆ ਹੋਵੇ। ਅਸੀਂ ਸਮਝਦੇ ਹਾਂ ਸਰਕਾਰ ਲੋਕਾਂ ਦਾ ਧਿਆਨ ਦੂਜੇ ਪਾਸੇ ਲਾ ਰਹੀ ਹੈ। ਮੁਲਾਜ਼ਮਾਂ ਦੀਆਂ ਮੰਗਾਂ ਵੱਲ, ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ, ਸਕੀਮ ਵਰਕਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਇਸ ਸੰਘਰਸ਼ ਨੂੰ ਅਸੀਂ ਤੇਜ਼ ਕਰਾਂਗੇ। 4 ਤਰੀਕ ਤੋਂ ਲੈ ਕੇ 8 ਤਰੀਕ ਤੱਕ ਥਾਂ ਥਾਂ ਇਸ ਸਰਕਾਰ ਦੀਆਂ ਆਰਥੀਆਂ ਫੂਕਾਂਗੇ। 22 ਜੂਨ ਨੂੰ ਵੱਡੀ ਕਨਵੈਨਸ਼ਨ ਕਰਕੇ ਜਲੰਧਰ ਦੇ ਅੰਦਰ ਵੱਡੇ ਐਕਸ਼ਨਾਂ ਦਾ ਐਲਾਨ ਕਰਨ ਦਾ ਅਸੀਂ ਫੈਸਲਾ ਕੀਤਾ ਹੈ। ਆਉਣ ਵਾਲੇ ਸਮੇਂ ਦੇ ਅੰਦਰ ਕੋਈ ਦਿਨ ਐਸਾ ਨਹੀਂ ਜਾਵੇਗਾ ਜਿੱਦਣ ਸਰਕਾਰ ਦੇ ਵਿਰੋਧ ਦੇ ਵਿੱਚ ਸਮੁੱਚੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨ ਨਿੱਤ ਸੜਕਾਂ ਤੇ ਹੋਣਗੇ, ਨਿੱਤ ਦਫ਼ਤਰਾਂ ਦੇ ਮੂਹਰੇ ਹੋਣਗੇ, ਨਿੱਤ ਥਾਂ ਥਾਂ ਸਰਕਾਰ ਦੀਆਂ ਜਿਹੜਾ ਉੱਥੇ ਭਾਂਡਾ ਭੰਨਾਂਗੇ ਸਰਕਾਰ ਦੇ ਝੂਠ ਦਾ। ਸੁਖਦੇਵ ਜੀ, ਮੋਬਿਲਾਈਜ਼ ਕਿੰਨਾ ਕੁ ਚਿਰ ਕਰੋਗੇ? ਦੇਖੋ, ਗੱਲ ਇਹ ਹੈ, ਜਿਵੇਂ ਸਰਕਾਰ ਦਾ ਕੁਹਾੜਾ ਬਹੁਤ ਤਿੱਖਾ ਹੋ ਗਿਆ ਮੁਲਾਜ਼ਮਾਂ ਦੇ ਉੱਤੇ, ਲਗਾਤਾਰ ਮੁਲਾਜ਼ਮਾਂ ਦੀ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਸਰਕਾਰ ਜਾਣਬੁੱਝ ਕੇ ਕੱਚਿਆਂ ਨੂੰ ਪੱਕੇ ਨਹੀਂ ਕਰ ਰਹੀ, ਪੇ ਕਮਿਸ਼ਨ ਲਾਗੂ ਨਹੀਂ ਕਰ ਰਹੀ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਰਹੀ। ਔਰ ਇਹ ਵੱਡਾ ਜਿਹੜਾ ਫਰੰਟ ਆ ਅੱਜ ਮਹਿਸੂਸ ਕੀਤਾ ਆ ਆਪਾਂ ਨੇ, ਬਈ ਆਪਾਂ ਨੂੰ ਤਕੜਿਆਂ ਹੋ ਕੇ ਜਿਹੜਾ ਐਕਸ਼ਨ ਲਿਖਣਾ ਚਾਹੀਦਾ ਆ। ਔਰ ਇਹੋ ਜਿਹਾ ਐਕਸ਼ਨ ਲਿਖਾਂਗੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈਣੀ ਹੈ। ਔਰ ਸਰਕਾਰ ਇੱਕ ਪਾਸੇ ਆਪਣੇ ਰਾਮ ਰੌਲੇ 'ਚ ਉਲਝ ਰਹੀ ਹੈ, ਆਪਣੀ ਪਾਰਟੀਬਾਜ਼ੀ 'ਚ ਉਲਝ ਰਹੀ ਹੈ, ਦੂਜੇ ਪਾਸੇ ਲੋਕਾਂ ਦਾ ਇਹਨਾਂ ਨੇ ਕੁਝ ਨਹੀਂ ਸਵਾਰਿਆ, ਮੁਲਾਜ਼ਮਾਂ ਦਾ ਇਹਨਾਂ ਨੇ ਕੁਝ ਨਹੀਂ ਸਵਾਰਿਆ। ਇਸ ਕਰਕੇ ਲੋਕਾਂ 'ਚ ਬਹੁਤ ਵੱਡਾ ਭਾਰੀ ਰੋਸ ਹੈ। ਅੱਜ ਅਸੀਂ ਫੈਸਲਾ ਕਰ ਦਿੱਤਾ ਬਈ ਅਸੀਂ ਸਾਰੇ ਪੰਜਾਬ 'ਚ ਇਹਨਾਂ ਦੀ ਅਰਥੀਆਂ ਫੂਕਾਂਗੇ, ਲੋਕਾਂ ਨੂੰ ਦੱਸਾਂਗੇ, ਜ਼ਿਲ੍ਹਿਆਂ 'ਚ ਮੀਟਿੰਗਾਂ ਕਰਾਂਗੇ। 9 ਜੂਨ ਨੂੰ ਅਸੀਂ ਪ੍ਰੈਸ ਕਾਨਫਰੰਸ ਜਲੰਧਰ 'ਚ ਰੱਖੀ ਆ, ਉੱਥੇ ਪ੍ਰੈਸ ਕਾਨਫਰੰਸ ਕਰਾਂਗੇ। ਔਰ 22 ਜੂਨ ਨੂੰ ਜਿਹੜੀ ਵੱਡੀ ਕਨਵੈਨਸ਼ਨ ਕਰਕੇ ਪੰਜਾਬ ਦੇ ਸਮੁੱਚੇ ਆਗੂਆਂ ਦੀ ਕਨਵੈਨਸ਼ਨ ਕਰਕੇ ਆਪਾਂ ਉਹਦੇ ਵਿੱਚ ਵੱਡੇ ਤਿੱਖੇ ਸੰਘਰਸ਼ ਦਾ ਐਲਾਨ ਕਰਾਂਗੇ। ਔਰ ਉਹ ਵੱਡਾ ਜਿਹੜਾ ਸੰਘਰਸ਼ ਹੈ ਉਹ ਅਸੀਂ ਪਟਿਆਲੇ 'ਚ ਕਰਾਂਗੇ ਔਰ ਬਹੁਤ ਵੱਡਾ ਕਰਾਂਗੇ। ਇਹ ਸਰਕਾਰ ਨੂੰ ਜਿਹੜੀ ਹੱਥਾਂ ਪੈਰਾਂ ਦੀ ਜ਼ਰੂਰ ਪਏ, ਹੱਥਾਂ ਪੈਰਾਂ ਦੀ ਪੈ ਜੂਗੀ। ਫਰੰਟ ਵਿੱਚ ਪੈਨਸ਼ਨਰ ਵੀ ਸ਼ਾਮਲ ਨੇ। ਸ਼ਰਮਾ ਜੀ, ਕਿੰਨੀ ਉਮਰ ਹੋ ਗਈ? 86 ਸਾਲ ਹੋ ਗਏ ਜੀ। ਹੁਣ ਆਰਾਮ ਕਰੋ, ਸੰਘਰਸ਼ ਹੀ ਕਰੀ ਜਾਣਾ। ਉਹ ਜੀ ਹੁਣ ਸਰਕਾਰ ਨੂੰ ਕੀ ਕਰੀਏ? ਸਰਕਾਰ ਨੇ ਇੰਨਾ ਤੰਗ ਕੀਤਾ, 100 ਸਾਲ ਤੱਕ ਵੀ ਲੜਾਂਗੇ ਇਹਨਾਂ ਨਾਲ। ਅਸੀਂ ਕੋਈ ਕਮਜ਼ੋਰ ਨਹੀਂ ਹੈ ਪੈਨਸ਼ਨਰ। ਇਹਨਾਂ ਨੇ ਜਿਹੜਾ ਪੇ ਕਮਿਸ਼ਨ ਹੈ ਇਹੀ ਹੁਣ ਤਾਈਂ ਜਨਤਕ ਨਹੀਂ ਕੀਤਾ। ਇਹੋ ਜਿਹਾ ਕਦੇ ਵੀ ਸਰਕਾਰਾਂ ਨਹੀਂ ਦੇਖੀਆਂ ਅੱਜ ਤੱਕ ਜਿਹੜਾ ਪੇ ਕਮਿਸ਼ਨ ਇਹਨਾਂ ਨੇ ਲੇਟ ਕੀਤਾ। ਇਹਨਾਂ ਨੇ ਸਾਨੂੰ ਪੈਨਸ਼ਨਰਾਂ ਨੂੰ ਇੰਨਾ ਪਰੇਸ਼ਾਨ ਕੀਤਾ। ਮੈਡੀਕਲ ਬਿੱਲ ਨਹੀਂ ਦੇ ਰਹੇ, ਇਹ ਜਨਤਕ ਨਹੀਂ ਕਰ ਰਹੇ। ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਹੈ, ਸਾਨੂੰ ਸੰਘਰਸ਼ ਵਾਸਤੇ ਇਸ ਉਮਰ ਦੇ ਵਿੱਚ ਮਜਬੂਰ ਕਰਨਾ ਪੈਂਦਾ, ਅਸੀਂ ਕਰਾਂਗੇ। ਕੁਝ ਵੀ ਹੋਵੇ ਚਾਹੇ, ਅਸੀਂ ਬੜੇ ਐਕਸ਼ਨ ਦਾ ਐਲਾਨ ਕਰ ਦੇਣਾ। 9 ਜੂਨ ਨੂੰ ਪ੍ਰੈਸ ਕਾਨਫਰੰਸ ਕਰਾਂਗੇ। 22 ਦੀ ਅਸੀਂ ਜਿਹੜੀ ਹੈ ਕਨਵੈਨਸ਼ਨ ਕਰੋਗੇ। ਕਨਵੈਨਸ਼ਨ 'ਚ ਕੀ ਕੱਢੋਗੇ ਤੁਸੀਂ? ਕਨਵੈਨਸ਼ਨ ਦੇ ਵਿੱਚ ਪਹਿਲੀ ਤਾਂ ਗੱਲ ਹੈ ਵੀ 2017 ਵਿੱਚ ਕੈਪਟਨ ਸਾਹਿਬ ਨੇ ਕਿ ਤੁਹਾਡੀ ਸਾਰੀਆਂ ਮੰਗਾਂ ਇਹ
ਸੈਸ਼ਨ ਦੇ ਵਿੱਚ ਪੇਸ਼ ਕਰ ਦਿੱਤੀਆਂ ਜਾਣਗੀਆਂ। 4.5 ਸਾਲ ਉਹ ਜਿਹੜਾ ਬੁੱਤ ਦਾ ਬੁੱਲ ਥੱਲੇ ਨਹੀਂ ਗਿਰਿਆ ਹੈਗਾ, ਤੇ ਹੁਣ ਵੀ ਅਸੀਂ ਬੇਨਤੀ ਕਰ ਰਹੇ ਹਾਂ, ਪਰ ਜਿਹੜੀ ਰਿਪੋਰਟ ਆ ਜਨਤਕ ਨਹੀਂ ਕੀਤੀ। ਅੱਜ ਕਹਿੰਦੇ ਨੇ ਮੁਲਾਜ਼ਮ ਨੇ ਇਹ ਸੋਚਿਆ ਜਾਂ ਪੈਨਸ਼ਨ ਨੇ ਸੋਚਿਆ ਵੀ 9 ਤਰੀਕ ਨੂੰ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਪਹਿਲਾਂ ਪੰਜਾਬ ਦਾ ਸਾਰਾ ਅਰਥਚਾਰਾ ਦੱਸਾਂਗੇ ਕੀ ਹੈ। ਇਹ ਕਹਿੰਦੇ ਵੀ ਜੇਕਰ ਅਸੀਂ ਰਿਪੋਰਟ ਲਾਗੂ ਕਰਦੇ ਹਾਂ ਤਾਂ ਸਾਡੇ ਕੋਲ ਪੈਸਾ ਨਹੀਂ ਹੈ। ਜਿਹੜਾ ਕੈਪ ਐਕਸਪੈਂਡੀਚਰ ਹੈ ਮੁਲਾਜ਼ਮਾਂ ਦੀਆਂ ਉਜਰਤਾਂ, ਤਨਖਾਹਾਂ, ਪੈਨਸ਼ਨ ਤੇ ਪੈਨਸ਼ਨ ਲਾਭਾਂ ਦੇ ਉੱਤੇ 40% ਕਰਨਾ ਇਹਨਾਂ ਨੇ। ਜਿਹੜਾ ਬਜਟ ਇਹਨਾਂ ਦਾ ਰਸੀਟ ਬਜਟ ਆ ਉਹ 1,42,000 ਕਰੋੜ ਤੋਂ 1,64,000 ਕਰੋੜ ਆ, ਜਿਹਦਾ 40% ਜਿਹੜਾ ਹੈਗਾ ਉਹ 65 ਜਾਂ 66 ਕਰੋੜ ਬਣਦਾ ਹੈਗਾ। ਸਾਨੂੰ ਤਾਂ ਸਾਰੇ 32,000 ਕਰੋੜ ਦੇਣਾ ਇਹਨਾਂ ਨੇ। ਇਸ ਲਈ ਇਹ ਕਹਿਣਾ ਇਹਨਾਂ ਦਾ ਕੋਈ ਪੈਸਾ ਨਹੀਂ ਹੈ, ਇਹ ਸਰਾਸਰੀ ਬੇਈਮਾਨੀ ਹੈ, ਭ੍ਰਿਸ਼ਟਾਚਾਰ ਆ। ਇੱਥੋਂ ਟੀਚਰ ਹੈ ਮੁਲਾਜ਼ਮਾਂ ਦੀਆਂ ਉਜਰਤਾਂ, ਤਨਖਾਹਾਂ, ਪੈਨਸ਼ਨ ਤੇ ਪੈਨਸ਼ਨ ਲਾਭਾਂ ਦੇ ਉੱਤੇ 40% ਕਰਨਾ ਇਹਨਾਂ ਨੇ। ਜਿਹੜਾ ਬਜਟ ਇਹਨਾਂ ਦਾ ਰਸੀਟ ਬਜਟ ਆ ਉਹ 1,42,000 ਕਰੋੜ ਤੋਂ 1,64,000 ਕਰੋੜ ਆ, ਜਿਹਦਾ 40% ਜਿਹੜਾ ਹੈਗਾ ਉਹ 65 ਜਾਂ 66 ਕਰੋੜ ਬਣਦਾ ਹੈਗਾ। ਸਾਨੂੰ ਤਾਂ ਸਾਰੇ 32,000 ਕਰੋੜ ਦੇਣਾ ਇਹਨਾਂ ਨੇ। ਇਸ ਲਈ ਇਹ ਕਹਿਣਾ ਇਹਨਾਂ ਦਾ ਕੋਈ ਪੈਸਾ ਨਹੀਂ ਹੈ, ਇਹ ਸਰਾਸਰੀ ਬੇਈਮਾਨੀ ਹੈ, ਭ੍ਰਿਸ਼ਟਾਚਾਰ ਆ। ਇੱਥੋਂ ਤੱਕ ਗੋਇੰਦਵਾਲ ਜਿਹੜਾ ਪਲਾਂਟ ਆ, ਰਾਜਪੁਰਾ ਪਲਾਂਟ ਆ, ਤੇ ਆਪਣਾ ਕੀ ਹੈ ਤਲਵੰਡੀ ਸਾਬੋ ਪਲਾਂਟ ਆ, ਉਹਨਾਂ ਨੂੰ ਬਿਨਾਂ ਬਿਜਲੀ ਖਰੀਦਿਆਂ 5,000 ਕਰੋੜ ਰੁਪਇਆ 31 ਮਾਰਚ ਤੱਕ ਦਿੱਤਾ। ਸਾਡੇ ਲਈ ਪੈਸਾ ਨਹੀਂ ਹੈ। ਅਸੀਂ ਇਹ ਸਾਰੀਆਂ ਗੱਲਾਂ 9 ਤਰੀਕ ਨੂੰ ਪ੍ਰੈਸ ਕਾਨਫਰੰਸ ਰੱਖਾਂਗੇ। ਕੈਪਟਨ ਸਰਕਾਰ ਨੂੰ ਨੰਗਾ ਕਰੋਗੇ। ਧੰਨਵਾਦ ਜੀ। ਮੈਨੂੰ ਤੁਸੀਂ ਇਹ ਦੱਸੋ, ਤਨਖਾਹ ਕਮਿਸ਼ਨ ਕਹਿੰਦਾ ਆ ਆਪਣੀ ਰਿਪੋਰਟ ਵਿੱਚ ਵੀ ਜਨਵਰੀ 2016 ਤੋਂ ਰਿਪੋਰਟ ਲਾਗੂ ਕਰਨੀ ਚਾਹੀਦੀ ਹੈ। ਰਿਪੋਰਟ ਆਉਣ ਤੋਂ ਪਹਿਲਾਂ ਹੀ ਤੁਹਾਡਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਹਿੰਦਾ ਵੀ ਜੁਲਾਈ 2021 ਤੋਂ ਲਾਗੂ ਕਰਾਂਗੇ। ਇਹ ਜੋ ਚੱਲ ਰਿਹਾ ਚੱਕਰ, ਲੱਗਦਾ ਵੀ ਪੇ ਕਮਿਸ਼ਨ ਚੋਂ ਇਨਸਾਫ ਮਿਲੇਗਾ ਤੁਹਾਨੂੰ? ਦੇਖੋ, ਵਿੱਤ ਮੰਤਰੀ ਜਿਹੜਾ ਹੈਗਾ ਬੇਈਮਾਨ ਹੈ, ਇਸ ਗੱਲ ਤੇ ਕੋਈ ਦੋ ਰਾਵਾਂ ਹੈ ਨਹੀਂ। ਕਿਉਂਕਿ ਇਹਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਬਿਆਨ ਦਿੱਤਾ ਜੁਲਾਈ ਵਾਲਾ, ਇਹਦੇ ਵਿੱਚ ਸਾਨੂੰ ਇਸ ਗੱਲ ਦਾ ਇਹਨੇ ਜੋ ਸ਼ਬਦ ਵਰਤਿਆ ਹੈ, ਜੇ ਕੋਈ ਏਰੀਅਰ ਬਣਦਾ ਹੋਇਆ, ਜੇ 16 ਤੋਂ ਦੇਣਾ ਏਰੀਅਰ ਤਾਂ ਬਣਦਾ ਹੀ ਹੈ, ਇਹ 'ਚ ਕੋਈ ਦੋ ਰਾਵਾਂ ਹੈ ਹੀ ਨਹੀਂ। ਤੇ ਇਹਦਾ ਲੱਗਦਾ ਇਹ ਹੈ ਵੀ ਇਹਨੇ 2021 ਦੇ ਜੁਲਾਈ ਤੋਂ ਦੇਣੀ ਹੈ। ਤੇ ਮੈਂ ਇੱਕ ਗੱਲ ਕਹਿਣਾ ਵੀ ਇਹ ਕੰਜੂਸ ਵਿੱਤ ਮੰਤਰੀ ਜਿਹੜਾ ਹੈਗਾ ਪੰਜਾਬ ਦਾ, ਇਹਦੇ ਉੱਤੇ ਇੱਕ ਗੱਲ ਢੁਕਦੀ ਹੈ ਵੀ ਕਹਿੰਦੇ ਕੋਈ ਪ੍ਰਾਹੁਣਾ ਆ ਗਿਆ ਤੇ ਉੱਥੇ ਕਿਸੇ ਨੇ ਆਪਸ ਵਿੱਚ ਮੀਆਂ ਬੀਵੀ ਦੋਨੋਂ ਲੜਨ ਲੱਗ ਪਏ, ਉਹ ਉੱਠ ਕੇ ਚਲਾ ਗਿਆ। ਉਹਨਾਂ ਦਾ ਇੱਕ ਇਹ ਸੀਗਾ ਵੀ ਜਦੋਂ ਕੋਈ ਆਵੇ ਆਪਾਂ ਦੇਣਾ ਲੈਣਾ ਕੱਖ ਨਹੀਂ, ਆਪਸ ਵਿੱਚ ਲੜਾਈ ਸ਼ੁਰੂ ਕਰ ਦਿਓ, ਬਾਅਦ 'ਚ ਫਿਰ ਇੱਕ ਹੋ ਜਾਂਦੇ ਨੇ। ਇਹਨਾਂ ਨੇ ਆਪਣੀ ਆਪ ਲੜਾਈ ਸ਼ੁਰੂ ਕੀਤੀ ਹੋਈ ਹੈ ਤੇ ਸਾਡਾ ਇਹਦੇ ਵਿੱਚ ਕਚੁੰਮਰ ਨਿਕਲੀ ਜਾ ਰਿਹਾ। ਤੇ ਇਸੇ ਲੜਾਈ ਦੇ ਵਿੱਚੋਂ ਸਾਡਾ ਜਿਹੜਾ ਪੇ ਕਮਿਸ਼ਨ ਹੈ 2 ਤਰੀਕ ਦੀ ਜਿਹੜੀ ਮੀਟਿੰਗ ਦੇ ਵਿੱਚੋਂ ਨਹੀਂ ਆ ਸਕਿਆ, ਇਹਨਾਂ ਦੀ ਲੜਾਈ ਦੇ ਵਿੱਚੋਂ। ਇਸ ਕਰਕੇ ਪੇ ਕਮਿਸ਼ਨ ਨਹੀਂ ਆਇਆ, ਅਗਲੀ ਮੀਟਿੰਗ 'ਚ ਆਏਗਾ, ਅਗਲੀ 'ਚ ਆਏਗਾ, ਇਹ ਤੇ ਆਉਣਾ ਹੀ ਆਉਣਾ ਹੈ। ਇਸ ਕਰਕੇ ਜੋ ਕਮੀਆਂ ਪੇਸ਼ੀਆਂ ਹੋਣਗੀਆਂ, ਜੋ ਸਾਥੀਆਂ ਨੇ ਦੱਸਿਆ ਕਿ ਅਸੀਂ ਐਕਸ਼ਨ ਕਰ ਰਹੇ ਹਾਂ, ਉਹਨਾਂ ਐਕਸ਼ਨਾਂ ਦੇ ਵਿੱਚ ਅਸੀਂ ਇਹਨਾਂ ਦਾ ਹਿਸਾਬ ਕਿਤਾਬ ਕਰ ਦਿਆਂਗੇ। ਹਿਸਾਬ ਕਿਤਾਬ ਕਰਾਂਗੇ। ਰਾਣਵਾ ਜੀ, ਬਹੁਤ ਵੱਡਾ ਲੀਡਰ ਸੱਜਣ ਸਿੰਘ ਤੁਹਾਡਾ ਵਿਛੋੜਾ ਦੇ ਗਿਆ। ਇੰਨਾ ਵੱਡਾ ਤੁਸੀਂ ਫਰੰਟ ਬਣਾਇਆ, ਕਹਿੰਦੇ ਵੀ ਪੈਨਸ਼ਨਰ, ਪੰਜਾਬ ਦੇ ਮੁਲਾਜ਼ਮ ਸਾਰੇ ਇਸ ਛਤਰੀ ਹੇਠ ਆ ਗਏ, ਇਹਦੇ ਬਾਵਜੂਦ ਵੀ ਗੱਲ ਨਹੀਂ ਬਣ ਰਹੀ। ਕੀ ਕਾਰਨ ਹੈ? ਗੱਲ ਤਾਂ ਤਲੋਚਨ ਜੀ ਬਣ ਰਹੀ ਹੈ ਕਿ ਜੋ ਕੁਛ ਪੰਜਾਬ ਦੇ ਮੁਲਾਜ਼ਮਾਂ ਨੇ ਸਾਂਝੇ ਫਰੰਟ ਵੱਲੋਂ 2017 ਤੋਂ ਕਹਿੰਦੇ ਆ ਰਹੇ ਹਾਂ ਕਿ ਕੈਪਟਨ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਜਾਂ ਕਿਸੇ ਹੋਰ ਵਰਗ ਨਾਲ ਕੀਤੇ, ਉਹ ਕਿਸੇ ਵੀ ਵਰਗ ਨਾਲ ਇਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ। ਉਹ ਪਹਿਲਾਂ ਮੁਲਾਜ਼ਮ ਫਰੰਟ ਕਹਿੰਦਾ ਸੀ ਤੇ ਹੁਣ ਇਹਦੇ ਆਪਦੇ ਵਿਧਾਇਕ ਮੰਤਰੀ ਉਹ ਆਪ ਕਹਿਣ ਲੱਗੇ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਦਾ ਭਵਿੱਖ ਵਧੀਆ ਨਹੀਂ। ਇਸੇ ਕਰਕੇ ਉਹ ਗੱਲ ਅਸੀਂ ਸਾਡੇ ਵਾਲੀ ਗੱਲ ਸੀ ਜਿਹੜੀ ਉਹ ਹੁਣ ਸਾਬਤ ਹੋ ਰਹੀ ਹੈ ਕਿ ਕੈਪਟਨ ਸਾਹਿਬ ਨੇ ਕਿਸੇ ਵੀ ਧਿਰ ਨਾਲ ਵਾਅਦਾ ਪੂਰਾ ਨਹੀਂ ਕੀਤਾ, ਭਾਵੇਂ ਉਹ ਠੇਕਾ ਇੰਪਲਾਈ ਨੇ, ਭਾਵੇਂ ਉਹ ਰੈਗੂਲਰ ਇੰਪਲਾਈ ਨੇ, ਭਾਵੇਂ ਉਹ ਹੋਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਨੇ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਸਾਹਿਬ ਨੂੰ ਜੋ ਮੁੜ ਕੇ ਲੋਕਾਂ ਨੂੰ ਫੇਸ ਕਰਨਾ ਬਹੁਤ ਔਖਾ ਹੋਏਗਾ। ਆ ਜਿਹੜੇ ਹੁਣ ਸਮਝਦੇ ਆ ਕਿ ਡੈਥ ਕੇਸ ਤਰਸ ਆਧਾਰ ਤੇ ਨੌਕਰੀਆਂ ਦੇਣ ਦਾ ਸਵਾਲ, ਉਹ ਵੱਖ ਵਿਭਾਗਾਂ 'ਚ ਸੈਂਕੜੇ ਕਰਮਚਾਰੀ ਨੇ ਜਿਹੜੇ ਉਹ ਉਡੀਕਦੇ ਨੇ 25-25 30-30 ਸਾਲ ਤੋਂ ਕਿ ਸਾਨੂੰ ਸਾਡਾ ਮੁਖੀ ਮਰ ਗਿਆ ਉਹਦੀ ਨੌਕਰੀ ਦੇ ਦਿਓ, ਪਰ ਇਹਨਾਂ ਨੂੰ ਉਹਦੀ ਖਿਆਲ ਨਹੀਂ। ਆਪਣੀ ਗੱਦੀ ਬਚਾਉਣ ਵਾਸਤੇ ਆਪਣੇ MLA, ਆਪਣੇ ਵਿਧਾਇਕਾਂ ਦੇ ਪੋਤਰਿਆਂ ਨੂੰ ਨੌਕਰੀਆਂ, ਜਿਹਦੇ ਤੇ ਕੋਈ ਰੂਲ ਰੈਗੂਲੇਸ਼ਨ ਲਾਗੂ ਨਹੀਂ ਹੁੰਦਾ। ਇਸ ਕਰਕੇ ਇਹ ਗੱਲ ਸਪਸ਼ਟ ਹੋ ਗਈ ਕਿ ਇਹਦੀ ਗੱਦੀ ਨੂੰ ਖਤਰਾ ਪੈਦਾ ਹੋ ਗਿਆ। ਆਉਣ ਵਾਲੇ ਸਮੇਂ 'ਚ ਵੀ ਕੈਪਟਨ ਸਰਕਾਰ ਨੂੰ ਘੇਰਾਂਗੇ ਸਾਂਝੇ ਫਰੰਟ ਦੇ ਤੌਰ ਤੇ। ਜੋ ਤਰ੍ਹਾਂ ਸਾਡੇ ਕੋਲੇ ਬਾਹਰ ਨੇ ਉਹਨਾਂ ਨਾਲ ਵੀ ਅੱਜ ਫੈਸਲਾ ਹੋਇਆ ਕਿ ਉਹਨਾਂ ਨਾਲ ਵੀ ਗੱਲਬਾਤ ਕਰਕੇ ਬੜੇ ਤਕੜੇ ਹੋ ਕੇ ਘੇਰਾਂਗੇ। ਭਾਵੇਂ ਉਹ ਅੱਜ ਕੱਲ੍ਹ ਨੂੰ ਅਰਥੀਆਂ ਫੂਕਣ ਦਾ ਸਵਾਲ ਹੈ, ਅੱਜ ਵੀ ਇਹਨਾਂ ਨੇ ਵਾਅਦਾ ਕੀਤਾ ਸੀ, ਆਪਦੇ ਸਰਕਾਰੀ ਪ੍ਰੈਸ ਨੋਟ 'ਚ ਵਾਅਦਾ ਕੀਤਾ ਸੀ ਕਿ ਜੋ 4 ਤਰੀਕ ਨੂੰ ਜਾਰੀ ਕੀਤਾ ਕਿ ਪੇ ਕਮਿਸ਼ਨ ਦੀ ਰਿਪੋਰਟ ਸਾਡੇ ਕੋਲੇ ਆ ਗਈ ਹੈ, ਉਹ ਆਉਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਅਸੀਂ ਪਾਸ ਕਰਾਂਗੇ। ਉਹ ਤੋਂ ਸਰਕਾਰ ਭੱਜੀ ਹੈ, ਉਹ ਸਰਕਾਰ ਭੱਜੀ ਹੈ। ਇਸ
ਕਰਕੇ ਅੱਜ ਦੇ ਸਾਡੇ ਸਾਂਝੇ ਫਰੰਟ ਨੇ ਬਹੁਤ ਸਖਤ ਰੋਸ ਪ੍ਰਗਟ ਕਰਦੇ ਹੋਏ ਇਹਦਾ ਰੋਸ ਪ੍ਰਗਟ ਕੀਤਾ ਹੈ, ਪਰ ਸਾਂਝਾ ਫਰੰਟ ਜਿਹੜਾ ਆ ਅਰਥੀਆਂ ਵੀ ਸਾੜ ਚੁੱਕਾ, ਧਰਨੇ ਰੈਲੀਆਂ ਸਾਰਾ ਕੁਝ ਕਰ ਚੁੱਕਾ ਹੈ, ਪਰ ਪੱਲੇ ਕੁਝ ਨਹੀਂ ਪਿਆ। ਮਨਦੀਪ ਜੀ, ਲੱਗਦਾ ਮਸਟੀਰੀਅਲ ਯੂਨੀਅਨ ਵੱਡੀ ਜਥੇਬੰਦੀ ਹੈ, ਤੁਸੀਂ ਹੜਤਾਲਾਂ ਵੀ ਕਰ ਲਈਆਂ, ਸਰਕਾਰ ਤੇ ਹੜਤਾਲਾਂ ਦਾ ਵੀ ਅਸਰ ਨਹੀਂਗਾ, ਹੁਣ ਅਸਰ ਕਿਹਦਾ ਹੋਊਗਾ? ਨਹੀਂ ਤਰਲੋਚਨ ਜੀ, ਗੱਲ ਇਹ ਨਹੀਂ ਹੈਗਾ ਵੀ ਹੜਤਾਲਾਂ ਦਾ ਅਸਰ ਨਹੀਂ ਹੈਗਾ। ਜਦੋਂ ਹੜਤਾਲਾਂ ਹੋਈਆਂ ਨੇ ਜਾਂ ਐਜੀਟੇਸ਼ਨ ਹੋਏ ਨੇ ਤਾਂ ਜਥੇਬੰਦੀਆਂ ਨੂੰ ਕੁਛ ਨਾ ਕੁਛ ਪ੍ਰਾਪਤ ਹੋਇਆ, ਹਾਲਾਂਕਿ ਉਹ ਬਹੁਤ ਘੱਟ ਹੋਇਆ ਪਰ ਹੋਇਆ ਜ਼ਰੂਰ ਹੈ। ਹੁਣ ਹੋਇਆ ਕੀ ਹੈ ਜੀ, ਪਿਛਲੇ ਸਮੇਂ ਦੇ ਦੌਰਾਨ 20 ਤੋਂ ਲੈ ਕੇ ਹੁਣ ਤੱਕ ਜੋ ਘਟਨਾਕ੍ਰਮ ਹੋਇਆ ਇਹ ਆ ਵੀ ਜਿਹੜੇ ਮੁਲਾਜ਼ਮ ਨੇ, ਚਾਹੇ ਉਹ ਹੈਲਥ ਵਰਕਰ ਨੇ, ਚਾਹੇ ਪੁਲਿਸ ਕਰਮਚਾਰੀ ਨੇ, ਚਾਹੇ ਵੱਖ-ਵੱਖ ਮਹਿਕਮਿਆਂ ਦੇ ਹੋਰ ਜਿਹੜੇ ਕੋਈ ਵੀ ਸਾਥੀ ਨੇ, ਉਹ ਆਪਣੇ ਆਵਾਮ ਦੀ, ਆਪਣੇ ਪੰਜਾਬ ਦੇ ਲੋਕਾਂ ਦੀ ਜਾਨਾਂ ਬਚਾਉਣ ਤੇ ਲੱਗੇ ਹੋਏ ਸੀ ਕਰੋਨਾ ਕਰਕੇ, ਜਿਹਦੇ ਕਰਕੇ ਵੱਡੇ ਐਕਸ਼ਨਾਂ ਨੂੰ ਦੇਣ ਤੋਂ ਗਰੇਜ ਕੀਤਾ ਗਿਆ। ਤੁਸੀਂ ਦੇਖਿਆ ਹੋਣਾ ਪਿੱਛੇ ਜਿਹੜੀਆਂ ਫਰੰਟ ਦੀਆਂ ਰੈਲੀਆਂ ਸੀਗੀਆਂ, 27 ਤਰੀਕ ਦੀ ਜਲੰਧਰ ਹੋਣੀ ਸੀ, ਹੜਤਾਲ ਹੋਣੀ ਸੀ 2 ਦਿਨਾਂ ਦੀ, ਉਹ ਪੋਸਟਪੋਨ ਕੀਤੀ ਗਈ ਡਿਊ ਟੂ ਕਰੋਨਾ। ਕਿਉਂਕਿ ਸਾਨੂੰ ਜਿਹੜੀ ਆਪਣੇ ਆਵਾਮ ਦੀ ਜਿਹੜੀ ਜ਼ਿੰਦਗੀ ਹੈ, ਅਸੀਂ ਉਹਦੀ ਰਾਖੀ ਕਰਨ ਦੇ ਲਈ ਲੱਗੇ ਹੋਏ ਸੀਗੇ ਵੀ ਸਰਕਾਰ ਇਸ ਚੀਜ਼ ਨੂੰ ਸਾਡੀ ਨੂੰ ਦੇਖਦੇ ਹੋਏ ਸਾਨੂੰ ਇਸ ਦੇ ਇਵਜ਼ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੀ ਪੂਰਤੀ ਕਰੂਗੀ। ਪਰ ਇਹ ਕੈਪਟਨ ਸਰਕਾਰ ਹੈ ਜਿਹੜੀ ਬੇਸ਼ਰਮ ਹੋ ਗਈ ਹੈ, ਜਿਹੜੀ ਕਿਸੇ ਵੀ ਵਰਗ ਦੀ ਕੋਈ ਵੀ ਮੰਗ ਪੂਰੀ ਨਹੀਂ ਕਰਦੀ, ਜਿਹਦੇ ਕਰਕੇ ਅੱਜ ਸਾਰੇ ਪੰਜਾਬ ਨੂੰ ਪਤਾ ਵੀ ਕੈਪਟਨ ਦੀ ਜਿਹੜੀ ਅਗਲੀ ਸੀਐਮ ਦੀ ਕੁਰਸੀ ਦੀ ਦਾਅਵੇਦਾਰੀ ਹੈ ਉਹ ਵੀ ਖਤਰੇ 'ਚ ਪਈ ਹੈ। ਉਹ ਵੀ ਇਹੀ ਇੱਕ ਕਾਰਨ ਹੈ ਵੀ ਇਹ ਆਮ ਜਨਤਾ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਜੋ ਮੁਸ਼ਕਲਾਂ ਨੇ, ਜੋ ਵਾਅਦੇ ਕੀਤੇ ਹੋਏ ਸੀ ਉਹ ਪੂਰੇ ਨਹੀਂ ਹੋਏ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਰੋਨਾ ਦੇ ਵਿੱਚ ਪੇਸ਼ੈਂਟ ਨੂੰ ਪਹਿਲਾਂ ਆਕਸੀਜਨ ਥੋੜੀ ਦਿੱਤੀ ਜਾਂਦੀ ਹੈ, ਫਿਰ ਬਹੁਤੀ ਦਿੱਤੀ ਜਾਂਦੀ ਹੈ, ਫਿਰ ਹੋਰ ਦਿੱਤੀ ਜਾਂਦੀ ਹੈ। ਜਿਹੜੇ ਸੰਘਰਸ਼ ਵੀ ਜਿਹੜੀ ਪੰਜਾਬ ਸਰਕਾਰ ਦੇ ਹੁਣ ਨੱਕ 'ਚ ਜਿਹੜਾ ਦਮ ਕਰਨਾ ਹੈ ਉਹ ਉਸੇ ਤਰ੍ਹਾਂ ਹੋਊਗਾ। ਜਰਮਨਜੀਤ ਵੀ ਅੱਜ ਮੀਟਿੰਗ 'ਚ ਸ਼ਾਮਲ ਨੇ। ਜਰਮਨਜੀਤ ਦੇ ਕਿੱਦਾਂ ਦੀ ਡੋਜ਼ ਦੋਗੇ ਤੁਸੀਂ? ਕਹਿੰਦੇ ਕੈਪਟਨ ਸਰਕਾਰ ਦੀ ਕੁਰਸੀ ਹਿੱਲ ਗਈ ਹੈ, ਇਹਦੇ ਬਾਵਜੂਦ ਤੁਹਾਡੀਆਂ ਮੰਗਾਂ ਨਹੀਂ ਜਿਹੜੀਆਂ ਸੁਣੀਆਂ ਜਾ ਰਹੀਆਂ। ਕੈਬਨਿਟ ਮੀਟਿੰਗ 'ਚੋਂ ਵਾਰ-ਵਾਰ ਮੰਗਾਂ ਦੇ ਏਜੰਡੇ ਜਿਹੜੇ ਆ ਉਹ ਅੱਗੇ ਪਈ ਜਾਂਦੇ। ਦੇਖੋ ਤਰਲੋਚਨ ਜੀ, ਪਿਛਲੇ 30 ਸਾਲ ਤੋਂ ਜਦੋਂ ਤੋਂ ਨਵੀਂ ਆਰਥਿਕ ਨੀਤੀ 1991 'ਚ ਆਈ ਤਾਂ ਉਹਦੇ ਨਾਲ ਇੱਕ ਵਾਰੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਵਾਰੀ ਜਿਹੜਾ ਢਾਂਚਾ ਸੀਗਾ ਜਨਤਕ ਖੇਤਰ ਦਾ, ਸਰਕਾਰੀ ਖੇਤਰ ਦਾ ਜਾਂ ਲੋਕ ਕਲਿਆਣ ਦੇ ਜਿੰਨੇ ਵੀ ਅਦਾਰੇ ਸੀ, ਇੱਕ ਵਾਰੀ ਤੇ ਉਹ ਸ਼ੁਕਅਪ ਹੋਏ, ਉਹ ਬੁਰੀ ਤਰ੍ਹਾਂ ਹਿੱਲ ਗਏ। ਤੇ ਕੁਦਰਤੀ ਹੈ ਕਿ ਜਦੋਂ ਇੰਨਾ ਵੱਡੀ ਘਟਨਾ ਦੁਨੀਆ ਦੇ ਅੰਦਰ ਘਟਦੀਆਂ ਹੈ ਤਾਂ ਉਹਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਲਹਿਰਾਂ ਉਹ ਵੀ ਪ੍ਰਭਾਵਿਤ ਹੁੰਦੀਆਂ ਹੈ। ਇਹ ਲੋਕਾਂ ਦੀ ਲਹਿਰ ਪ੍ਰਭਾਵਿਤ ਹੋਈ। ਇਹਦੇ 'ਚ ਜ਼ਰੂਰੀ ਇਹ ਸੀਗਾ ਕਿ ਇਹ ਲਹਿਰ ਖਤਮ ਨਹੀਂ ਹੋਈ, ਲਹਿਰ ਨੇ ਆਪਣੇ ਆਪ ਨੂੰ ਜਿਉਂਦਾ ਰੱਖਿਆ, ਲਹਿਰ ਨੇ ਮੁਕਾਬਲਾ ਕੀਤਾ। ਜੇਕਰ ਇਹ ਮੁਲਾਜ਼ਮ ਲਹਿਰ ਮੁਕਾਬਲਾ ਨਾ ਕਰਦੀ ਤਾਂ 2021 ਦੇ ਅੰਦਰ ਅੱਜ ਕੋਈ ਵੀ ਦੇਸ਼ ਦੇ ਅੰਦਰ ਸਰਕਾਰੀ ਖੇਤਰ ਜਾਂ ਸਰਕਾਰੀ ਅਦਾਰਾ ਜਾਂ ਸਰਕਾਰੀ ਮੁਲਾਜ਼ਮ ਨਹੀਂ ਸੀਗਾ ਬਚਣਾ। ਇਸ ਕਰਕੇ ਮੁਲਾਜ਼ਮ ਲਹਿਰ ਦੀ ਇਹ ਵੱਡੀ ਪ੍ਰਾਪਤੀ ਹੈਗੀ ਹੈ। ਹੁਣ ਅਗਲਾ ਜਿਹੜਾ ਦੌਰ ਆ ਗਿਆ ਹੈ ਕਿ ਹੁਣ ਸਰਕਾਰਾਂ ਜਿਹੜੀਆਂ ਹੈ ਉਹ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਕਿਸੇ ਸਮੇਂ ਲੋਕਾਂ ਕੋਲੋਂ ਵੋਟਾਂ ਲੈ ਕੇ ਆਪਣੀ ਸਰਕਾਰ ਬਣਾਉਂਦੀਆਂ ਸੀ, ਰਾਜਗੱਦੀ ਤੇ ਬੈਠਦੀਆਂ ਸੀ, ਉਹ ਸਰਕਾਰਾਂ ਨੂੰ ਹੁਣ ਮੈਨੇਜਮੈਂਟ ਕਰਨੀ ਪੈ ਰਹੀ ਹੈ। ਮੀਡੀਆ ਮੈਨੇਜਮੈਂਟ ਸਰਕਾਰਾਂ ਕਰਦੀਆਂ ਹੈ, ਇੱਥੋਂ ਤੱਕ ਕਿ ਆਪਣੇ ਪ੍ਰਾਈਵੇਟ ਮੈਨੇਜਰ ਰੱਖ ਕੇ ਪ੍ਰਸ਼ਾਂਤ ਕਿਸ਼ੋਰ ਵਰਗੇ, ਕਦੀ 2014 'ਚ ਮੋਦੀ ਆਉਂਦਾ ਹੈ, ਕਦੀ ਨਿਤਿਸ਼ ਆਉਂਦਾ ਹੈ, ਕਦੀ ਕੈਪਟਨ ਸਾਹਿਬ 2017 'ਚ ਆਉਂਦੇ ਹੈ, ਦੁਬਾਰਾ ਉਹਨੂੰ ਫੇਰ ਹਾਇਰ ਕਰਦੇ ਹੈ। ਭਾਵ ਇਹਨਾਂ ਨੂੰ ਜਿਹੜਾ ਲੋਕਾਂ ਦੇ ਉੱਤੇ ਯਕੀਨ ਹੈ ਸਰਕਾਰਾਂ ਨੂੰ, ਇਹ ਮੁੱਕ ਗਿਆ ਹੈ। ਦੂਸਰੀ ਗੱਲ ਇਹ ਵੀ ਹੈ ਕਿ ਲੋਕ ਇਹਨਾਂ ਦੇ ਹਕੀਕਤ ਦੇ ਅੰਦਰ ਲੋਕ ਇਹਨਾਂ ਦੇ ਨਾਲ ਨਹੀਂ ਹੈ। ਕੋਈ ਬਦਲ ਨਾ ਹੋਣ ਦਾ ਕਰਕੇ ਸਰਕਾਰਾਂ ਜਿਹੜੀਆਂ ਹੈ ਉਹ ਵਾਰ-ਵਾਰ ਬਣਦੀਆਂ ਹੈ, ਪਰ ਇਹਦਾ ਬਦਲ ਜਿਹੜਾ ਹੈ ਉਹ ਲੋਕਾਂ ਦੇ ਵਿੱਚੋਂ ਹੀ ਤਲਾਸ਼ਿਆ ਜਾਣਾ ਹੈ। ਤਾਂ 2020 ਵਾਲਾ ਵਰ੍ਹਾ, ਚਾਹੇ ਉਹ ਕਰੋਨਾ ਵਾਲਾ ਵਰ੍ਹਾ ਸੀਗਾ, ਇਹ ਵਰ੍ਹਾ ਬੜਾ ਫੈਸਲਾਕੁੰਨ ਹੈ। ਵਿਸ਼ੇਸ਼ ਕਰਕੇ ਇੰਡੀਅਨ ਸਬ ਕੌਂਟੀਨੈਂਟ ਦੇ ਅੰਦਰ ਕਿਸਾਨ ਅੰਦੋਲਨ ਦਾ ਇਸ ਕਦਰ ਉੱਠਣਾ ਤੇ ਕਿਸਾਨ ਅੰਦੋਲਨ ਦਾ ਆਪਣੇ ਸਹੀ ਦੁਸ਼ਮਣ ਦੀ ਪਛਾਣ ਕਰਨਾ ਕਿ ਸਹੀ ਦੁਸ਼ਮਣ ਉਹ ਕਿਸੇ ਪਾਰਟੀ ਦੇ ਰੂਪ ਦੇ ਨਾਲੋਂ ਵੀ ਕਿਤੇ ਜ਼ਿਆਦਾ ਵੱਡਾ ਕਾਰਪੋਰੇਟਾਂ ਦੇ ਰੂਪ 'ਚ ਹੈ। ਦੁਨੀਆ ਦੀਆਂ ਵੱਡੀਆਂ ਕਾਰਪੋਰੇਸ਼ਨ ਜਿਹੜੀਆਂ ਹੈ, ਦਿਓਕਦ ਕਾਰਪੋਰੇਸ਼ਨ, ਉਹ ਪੂਰੀ ਦੁਨੀਆ ਦੇ ਅੰਦਰ ਪ੍ਰਾਈਵੇਟ ਸੈਕਟਰ ਉਸਾਰਨਾ ਚਾਹੁੰਦੀਆਂ ਹੈ। ਅਸੀਂ ਉਸ ਪ੍ਰਾਈਵੇਟ ਸੈਕਟਰ ਦੇ ਜਿਹੜੇ ਸਮਾਨ ਅੰਤਰ ਜਿਹੜਾ ਪਬਲਿਕ ਸੈਕਟਰ ਆ, ਅਸੀਂ ਉਹਦੀ ਉਸਾਰੀ ਦੇ ਹਾਮੀ ਆ। ਇਸ ਕਰਕੇ ਇਹ ਦੋ ਵਿਚਾਰਧਾਰਾਵਾਂ ਦੀ ਲੜਾਈ ਹੈਗੀ ਹੈ ਤੇ ਇਸ ਲੜਾਈ ਦੇ ਵਿੱਚ ਮੁਲਾਜ਼ਮ ਲਹਿਰ ਜਿਹੜੀ ਹੈ ਇਹ ਬੜੇ ਪੜਾਵਾਂ 'ਚੋਂ ਲੰਘਦੀ ਹੋਈ ਪੜਾਵਾਂ 'ਚੋਂ ਨਿਕਲੂਗੀ। ਇਹ ਉਸ ਪੜਾਅ ਤੇ ਕਦੋਂ ਪੁੱਜੇਗੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਤੁਹਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ? ਤਰਲੋਚਨ ਜੀ, ਤੁਸੀਂ ਗੱਲ ਕੀਤੀ ਸੀ ਵੀ 4.25 ਸਾਲਾਂ ਦੇ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਕੋਈ ਵੱਡੀ ਸਰਕਾਰ ਨੂੰ ਲੜਾਈ ਨਹੀਂ ਦੇ ਸਕੇ। ਅਸੀਂ ਜਿੱਥੇ ਕਰੋਨਾ ਮਹਾਮਾਰੀ ਕਰਕੇ ਥੋੜਾ ਜਿਹਾ ਸੰਘਰਸ਼ ਥੋੜਾ ਜਿਹਾ ਘੱਟ ਕੀਤੇ ਸੀਗੇ,
ਐਕਸ਼ਨ ਪੋਸਟਪੋਨ ਵੀ ਕੀਤੇ ਸੀ। ਹੁਣ ਅਸੀਂ ਐਕਸ਼ਨਾਂ ਦੇ ਨਾਲ ਦੀ ਨਾਲ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਜਾ ਰਹੇ ਹਾਂ। ਜਿਹੜਾ ਆਪਦਾ ਐਕਸ਼ਨ ਕਾਮਯਾਬ ਖਾਤਰ ਜਿਹੜਾ ਕੈਪਟਨ ਸਾਹਿਬ ਨੂੰ ਇਸ ਗੱਲ ਦਾ ਭੁਲੇਖਾ ਹੈ, ਕਿਉਂਕਿ ਸਰਕਾਰਾਂ ਬੇਸ਼ਰਮੀ ਇੰਨੀਆਂ ਹੋ ਚੁੱਕੀਆਂ, ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ। ਕੈਪਟਨ ਨੂੰ ਇਹ ਭੁਲੇਖਾ ਵੀ ਇਹ ਸ਼ਾਇਦ ਸੈਂਟਰ ਵਾਲੇ ਪਾਸੇ ਹੋਏ, ਮੈਨੂੰ ਪੰਜਾਬ ਦੇ ਵਿੱਚ ਕੋਈ ਪੁੱਛਣ ਵਾਲਾ ਨਹੀਂ। ਅਸੀਂ ਜਿਹੜਾ ਜਿੱਥੇ ਆਪਦੇ ਐਕਸ਼ਨ ਵੱਡੇ ਐਕਸ਼ਨ ਲੀਕਣੇ ਆ, ਉੱਥੇ ਨਾਲ ਦੀ ਨਾਲ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਜਾਣ ਦਾ ਵੀ ਫੈਸਲਾ ਕੀਤਾ ਕਿ ਜਦੋਂ ਦੀ ਸਰਕਾਰ ਬਣੀ ਹੈ, ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਆਮ ਲੋਕਾਂ ਦੇ ਨਾਲ, ਚਾਹੇ ਉਹ ਨਸ਼ਿਆਂ ਦਾ ਮਾਮਲਾ ਹੋਵੇ, ਚਾਹੇ ਉਹ ਬੇਅਬਦੀ ਦਾ ਮਾਮਲਾ ਹੋਵੇ, ਚਾਹੇ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਹੋਵੇ, ਚਾਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਹੋਵੇ, ਚਾਹੇ ਰੇਤਾ ਬਜਰੀ ਦਾ ਮਾਮਲਾ ਹੋਵੇ, ਮੇਰਾ ਕਹਿਣ ਤੋਂ ਭਾਵ ਕਿ ਇੱਕ ਵੀ ਮੁੱਦੇ ਦੇ ਉੱਤੇ ਕੈਪਟਨ ਸਰਕਾਰ ਖਰੀ ਨਹੀਂ ਉਤਰੀ। ਅਸੀਂ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਦੱਸਣ ਵਾਸਤੇ ਮਜਬੂਰ ਹੋਵਾਂਗੇ ਹੁਣ ਕਿ ਜਿਹੜਾ ਵੋਟ ਬੈਂਕ ਹੈ, ਇਹ ਸਰਕਾਰ ਸਮਝੀ ਬੈਠੀ ਕਿ ਸਾਡਾ ਪੱਕਾ ਵੋਟ ਬੈਂਕ ਹੈ, ਇਹਨੂੰ ਕੋਈ ਖੋਰਾ ਨਹੀਂ ਲੱਗ ਰਿਹਾ। ਉਹ ਅਸੀਂ ਜਿਹੜਾ ਹੈਗਾ ਇਹਦਾ ਜਿਹੜਾ ਭਰਮ ਤੋੜਨ ਦੀ ਖਾਤਰ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਗੱਲ ਲੈ ਕੇ ਜਾਵਾਂਗੇ। ਲੋਕਾਂ ਦੀ ਕਚਹਿਰੀ ਵਿੱਚ ਕਰਤਾਰਪਾਲ ਜੀ, ਲੋਕਾਂ ਦੀ ਕਚਹਿਰੀ 'ਚ ਜਾਓਗੇ ਹੁਣ? ਬਿਲਕੁਲ, ਜੋ ਫੈਸਲਾ ਕੀਤਾ ਸਾਂਝੇ ਫਰੰਟ ਨੇ, ਲੋਕਾਂ ਦੀ ਕਚਹਿਰੀ 'ਚ ਬਿਲਕੁਲ ਜਾਵਾਂਗੇ, ਕਿਉਂਕਿ ਇਸ ਤੋਂ ਪਹਿਲਾਂ ਹਿੰਦੁਸਤਾਨ ਦੀ ਸਰਕਾਰ ਨੇ, ਸੈਂਟਰ ਸਰਕਾਰ ਨੇ ਮੁਕੰਮਲ ਤੌਰ ਤੇ ਦੇਖ ਲਿਆ ਬੰਗਾਲ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ, ਔਰ ਪੂਰੀ ਤਾਕਤ ਝੋਕਣ ਦੇ ਬਾਵਜੂਦ ਵੀ ਕਿਸਾਨ ਸੰਘਰਸ਼ ਵੱਲੋਂ ਜੋ ਉੱਥੇ ਅਸਰ ਹੋਇਆ ਉਹਦਾ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਨਜ਼ਰਾਂ ਦੇ ਸਾਹਮਣੇ। ਪਰ ਜੇ ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ ਪਹਿਲਾਂ ਕਾਲੇ ਬਿੱਲਿਆਂ ਦਾ ਪ੍ਰੋਗਰਾਮ ਦਿੱਤਾ ਸੀ, ਸਾਥੀ ਸੱਜਣ ਸੀ ਕਰਕੇ ਕੁਝ ਡਿਲੇ ਹੋ ਗਿਆ, ਪਰ ਹੁਣ ਲੋਕਾਂ ਦੇ ਵਿੱਚ ਬਕਾਇਦਾ ਉਹੀ ਬਣਾ ਕੇ ਇਸ ਲੀਡਰਸ਼ਿਪ ਨੂੰ ਤੁਰਨਾ ਪੈਣਾ ਹੈ। ਨਹੀਂ ਤਾਂ ਸਰਦਾਰ ਜੀ 2002 'ਚ ਵੀ ਕੈਪਟਨ ਅਮਰਿੰਦਰ ਸਿੰਘ ਸੀ, ਜਦ ਵੀ ਇੰਪਲਾਈ ਦੀਆਂ ਮੰਗਾਂ ਇਹੀ ਲਮਕ ਅਵਸਥਾ 'ਚ ਪਈਆਂ ਸੀ। ਅੱਜ ਵੀ ਕੈਪਟਨ ਅਮਰਿੰਦਰ ਸਿੰਘ ਹੈ। ਨਵੰਬਰ ਦੇ ਪਿਛਲੇ ਉਹਦੇ 'ਚ ਸਾਡੇ ਨਾਲ ਮੀਟਿੰਗ ਹੋਈ, ਉਹਦੇ ਬਾਅਦ ਵਿੱਤ ਮੰਤਰੀ ਨਾਲ ਹੋਈ, GST ਆ ਜਾਵੇ ਅਸੀਂ ਪੈਸਾ ਕੜਕ ਦੇ ਕੇ ਦੇਵਾਂਗੇ, ਪਰ ਅੱਜ ਨਾ ਮੁੱਖ ਮੰਤਰੀ ਸਾਹਿਬ ਨਾ ਮਾਨਯੋਗ ਵਿੱਤ ਮੰਤਰੀ ਸਾਹਿਬ 3 ਵਾਰ ਵਾਅਦੇ ਕਰਨ ਵਾਲੇ ਇੱਕ ਵਾਰ ਵੀ ਸ਼ਬਦ ਨਹੀਂ ਕਿਹਾ ਕਿ ਅਸੀਂ ਮੁਲਾਜ਼ਮ ਮੰਗਾਂ ਪਹਿਲ ਦੇ ਆਧਾਰ ਤੇ ਲਾਗੂ ਕਰਾਂਗੇ। ਇਹ ਯਾਦ ਰੱਖਣ, ਜਦ ਉਸ ਸਟੇਟ ਦੇ ਵਿੱਚ ਆਹ ਕੰਮ ਹੋ ਗਿਆ ਤਾਂ ਵਾਕਈ ਪੰਜਾਬ ਦੇ ਵਿੱਚ ਜੇ ਇਹੀ ਹਰਕਤਾਂ ਹੋਈਆਂ ਇਹਨਾਂ ਦੀਆਂ, ਬਿਲਕੁਲ ਇਹਨਾਂ ਦਾ ਸਫਾਇਆ ਹੋਏਗਾ। ਸੋ ਹੁਣ ਮੁਲਾਜ਼ਮ ਜਿਹੜੇ ਫਰੰਟ ਹੈ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਤੇ ਉਭਾਰਾਂਗੇ। ਨਾਲ ਦੀ ਨਾਲ ਕੈਪਟਨ ਸਰਕਾਰ ਦੀ ਜਿਹੜੀ 4.25 ਸਾਲ ਦੀ ਕਾਰਗੁਜ਼ਾਰੀ ਹੈ, ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਵੀ ਜਾਵਾਂਗੇ ਵੀ ਇਸ ਸਰਕਾਰ ਨੇ ਆਮ ਲੋਕਾਂ ਨਾਲ, ਹਰੇਕ ਵਰਗ ਨਾਲ ਕੀ ਕੁਛ ਕੀਤਾ ਔਰ ਅਗਲੇ ਦਿਨਾਂ ਵਿੱਚ ਸੰਘਰਸ਼ ਨੂੰ ਵਿਰਾਟ ਰੂਪ ਦਿੱਤਾ ਜਾਊਗਾ। ਕੈਮਰਾਮੈਨ ਧਨੰਜੇ ਸ਼ਰਮਾ ਦੇ ਨਾਲ ਤਰਲੋਚਨ ਸਿੰਘ, PTC ਨਿਊਜ਼, ਚੰਡੀਗੜ੍ਹ।